ਇਹਦਾ ਵੱਡਾ ਸਰਚ ਆਪਰੇਸ਼ਨ 9 ਥਾਵਾਂ ਤੇ ਕੀਤੀ ਜਾ ਰਹੀ ਛਾਪੇਮਾਰੀ ਖਾਲਿਸਤਾਨ ਸਮਰਥਕਾਂ ਦੇ ਟਿਕਾਣਿਆਂ ਤੇ ਰੇਡ ਹਰਿਆਣਾ ਵਿੱਚ ਵੀ ਇੱਕ ਲੋਕੇਸ਼ਨ ਤੇ ਐਨਆਈਏ ਦਾ ਛਾਪਾ ਜਲਦ ਹੋ ਸਕਦੀ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵੀਸੀ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਗਵਰਨਰ ਨੂੰ ਭੇਜਿਆ 5 ਨਾਵਾਂ ਦਾ ਪੈਨਲ ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਨੇ ਫਾਈਨਲ ਕੀਤੇ ਨੇ ਨਾਮ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੌਕੇ ਜਥੇਦਾਰ ਨੇ ਕੌਮ ਨੂੰ ਕੀਤੀ ਇਕਜੁੱਟ ਹੋਣ ਦੀ ਅਪੀਲ ਧਾਰਮਿਕ ਲੀਡਰਾਂ ਨੂੰ ਬੋਲੇ ਕਾਫਲੇ ਬਣਾ ਕੇ ਪਿੰਡਾਂ ਵਿੱਚ ਜਾਓ ਰੁੱਸਿਆਂ ਨੂੰ ਮਨਾਓ ਸਿੱਖ ਸ਼ਕਤੀ ਨੂੰ ਕਰੋ ਇਕੱਠਾ ਅਕਾਲ ਤਖਤ ਦੇ ਜਥੇਦਾਰ ਨੇ ਲਗਾਇਆ ਵੱਡਾ ਇਲਜ਼ਾਮ ਕਿਹਾ ਗੁਰੂ ਸਾਹਿਬਾਨ ਤੋਂ ਚੱਲੀ ਆ ਰਹੀ ਪਰੰਪਰਾ ਰੋਕਣ ਦੀ ਕੀਤੀ ਜਾ ਰਹੀ ਕੋਸ਼ਿਸ਼ ਜੰਤਰ ਮੰਤਰ ਤੇ ਪਹਿਲਵਾਨਾਂ ਨੂੰ ਲੰਗਰ ਪਹੁੰਚਾਉਣ ਤੋਂ ਰੋਕਿਆ ਗਿਆ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਤੋਂ ਜਾਣਕਾਰੀ ਲੈਣ ਦੀ ਮੰਗ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ ਕਿਹਾ ਬ੍ਰਿਟਿਸ਼ ਸਰਕਾਰ ਦੀ ਸਲਾਹ ਤੇ ਹੋਇਆ ਸੀ ਹਮਲਾ ਖਾਲਿਸਤਾਨ ਸਮਰਥਕਾਂ ਦੇ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਿਹਾ ਖਾਲਿਸਤਾਨ ਦਾ ਨਹੀਂ ਕੋਈ ਰੋਡ ਮੈਪ ਨਾ ਇਸ ਦੇ ਹੱਕ ਵਿੱਚ ਸੀ ਨਾ ਹੋਵਾਂਗੇ ਸਿਰਫ ਵਾਹਿਗੁਰੂ ਅੱਗੇ ਝੁਕਦਾ ਹੈ ਸਿਰ पंजाब ने झोने के सीजन के लिए केंद्रीय पूल चों मंगी वाधू बिजली सीएम भगवंत मान ने केंद्रीय मंत्री राकेश सिंह को लिखी चिट्ठी 15 जून तो 15 अक्तूबर तक लई 1000 मेगावाट वाधू बिजली की मांग WFI के साबका प्रधान बृजभूषण शरण सिंह के करीबियां तो पुछगिछ यूपी के गोंडा ते लखनऊ के विच दिल्ली पुलिस ने करीबियां तो किए सवाल जवाब बृजभूषण की गिरफ्तारी की मंग नूं लैके जारी है रेसलर्स का अंदोलन साबका मंत्री सुंदर श्याम अरोड़ा तो विजिलेंस की पुछगिछ जारी कुछ दस्तावेज लैके पहुंचे हुए ने अरोड़ा आमदन तो वध जायदाद देने इल्जाम कैनेडा विच पंजाबी नौजवानों को डिपोर्ट करने का मामला पखिया टोरंटो दे विच नौजवानों का अणमिथे समय के लिए प्रदर्शन जारी ट्रैवल एजेंट के धोखे का शिकार हुए ने स्टूडेंट्स श्री गुरु अर्जुन देव जी के शहीदी दिहाड़े को लैके पाकिस्तान ने 215 सिखां नूं दिता वीजा 8 ਤੋਂ 17 ਜੂਨ ਤੱਕ ਹੋਣ ਵਾਲੇ ਸਮਾਗਮਾਂ ਦੇ ਵਿੱਚ ਹੋਣਗੇ ਸ਼ਾਮਿਲ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਨਗੇ ਸ਼ਰਧਾਲੂ ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਹੋ ਤੁਸੀਂ ਮੈਂ ਹਾਂ ਗਗਨਦੀਪ ਚੌਹਾਨ ਤੇ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ ਅਹਿਮ ਖਬਰ ਦੇ ਨਾਲ ਖਾਲਿਸਤਾਨ ਸਮਰਥਕਾਂ ਤੇ ਰਾਜਾ ਵੜਿੰਗ ਬਰੇ ਨੇ जी हाँ पंजाब कांग्रेस के प्रधान अमरिंदर सिंह राजा वड़िंग ने तिखा हमला बोलिया है कहा कि खालिस्तान का कोई रोड मैप नहीं है वड़िंग ने यह कहा कि खालिस्तान कदे भी नहीं बनन देवांगे खालिस्तान के हक दे विच ना कदे सी ना कदे होवांगे सिर्फ वाहिगुरु दे अगे सिर झुकदा है राजा वड़िंग ने एक कहा राजा वड़िंग ने बयान दिता खालिस्तान समर्थकों ते वरे ने राजा वड़िंग अमरिंदर सिंह राजा वड़िंग पंजाब कांग्रेस के प्रधान कहा कि यह सिर सिर्फ वाहिगुरु दे अगे झुकदा है खालिस्तान का ना कोई रोड मैप है ना ही कोई प्लान हैगा ते खालिस्तान के समर्थकों ते वरे ने राजा वड़िंग कहा कि खालिस्तान कदे भी नहीं बनन देवांगे तेरी रिस्पेक्ट है सो ये हंगामा होया सी बीते दिन और उसका क्लिप सामने आया सी और उस तो बाद राजा वड़िंग दा एक ट्वीट सामने आया खालिस्तान का ना कोई रोड मैप है ना ही कोई इस पिछे कोई सोच है कल भी खालिस्तान के हक विच नहीं सी अते ना ही कदे होवांगा ते ना ही कदे ये बनन देवांगे खालिस्तान के नाम ते अपनी दुकान चलाने वाले ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਅਖੌਤੀ ਵਿਕਾਊ ਖਾਲਿਸਤਾਨੀਆਂ ਤੋਂ ਬਚੋ ਨਾ ਕਿਸੇ ਤੋਂ ਡਰੋ ਨਾ ਤਾਂ ਕਿਸੇ ਤੋਂ ਡਰੇ ਨਾ ਹੀ ਡਰਾਂਗੇ ਸਿਰਫ ਵਾਹਿਗੁਰੂ ਦੇ ਅੱਗੇ ਸਿਰ ਝੁਕਦਾ ਹੈ ਅਤੇ ਉਸ ਦੀ ਰਜ਼ਾ ਵਿੱਚ ਚੱਲਣਾ ਸਿੱਖਿਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਟਵੀਟ ਕੀਤਾ ਹੈ ਖਾਲਿਸਤਾਨ ਦਾ ਨਾ ਕੋਈ ਰੋਡ ਮੈਪ ਹੈ ਨਾ ਹੀ ਕੋਈ ਇਸ ਦਾ ਵਜੂਦ ਹੈ ਨਾ ਕੱਲ ਖਾਲਿਸਤਾਨ ਦੇ ਹੱਕ ਵਿੱਚ ਸੀ ਤੇ ਨਾ ਹੀ ਕਦੇ ਹੋਵਾਂਗੇ रिस्पेक्ट तेरी रिस्पेक्ट है जीना हण पाइटा किथे तेरी रिस्पेक्ट तेरी रिस्पेक्ट है
ਹਣ ਪਾਲਟਾ ਕਿੱਥੇ ਆ? ਤੇਰੀ ਰਿਸਪੈਕਟ ਆ, ਤੇਰੀ ਰਿਸਪੈਕਟ ਆ ਇਹ ਤੈਨੂੰ ਪਤਾ ਜੀ ਨਾ ਹਣ ਪਾਲਟਾ ਕਿੱਥੇ ਆ? ਤੇਰੀ ਰਿਸਪੈਕਟ ਆ, ਤੇਰੀ ਰਿਸਪੈਕਟ ਆ ਇਹ ਤੈਨੂੰ ਪਤਾ ਜੀ ਤੇਰੀ ਰਿਸਪੈਕਟ ਆ, ਤੇਰੀ ਰਿਸਪੈਕਟ ਆ ਇਹ ਤੈਨੂੰ ਪਤਾ ਜੀ ਨਾ ਹਣ ਪਾਲਟਾ ਕਿੱਥੇ ਆ? ਤੇਰੀ ਰਿਸਪੈਕਟ ਆ, ਤੇਰੀ ਰਿਸਪੈਕਟ ਆ ਇਹ ਸੋ ਰਾਜਾ ਵੜਿੰਗ ਦਾ ਵਿਰੋਧ ਹੋਇਆ ਸੀ ਨਿਊਯਾਰਕ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਟਵੀਟ ਸਾਹਮਣੇ ਆਇਆ। ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਇਹ ਟਵੀਟ ਸਾਹਮਣੇ ਆਇਆ। ਨਿਊਯਾਰਕ ਦੇ ਵਿੱਚ ਵਿਰੋਧ ਕੀਤਾ ਗਿਆ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ। ਤੇਰੀ ਰਿਸਪੈਕਟ ਆ ਇਹ ਗੁਰਚਰਨ ਸਿੰਘ ਗਰੇਵਾਲ ਸਾਹਿਬ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ। ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਟਵੀਟ ਕਰ ਰਹੇ ਨੇ ਖਾਲਿਸਤਾਨ ਦਾ ਨਾ ਕੋਈ ਵਜੂਦ ਹੈ, ਨਾ ਕੋਈ ਰੋਡ ਮੈਪ ਹੈ ਤੇ ਨਾ ਹੀ ਕੋਈ ਇਸ ਦੇ ਪਿੱਛੇ ਕੋਈ ਸੋਚ ਹੈ। ਕੱਲ ਵੀ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਸੀ ਅਤੇ ਨਾ ਹੀ ਕਦੇ ਹੋਵਾਂਗਾ ਤੇ ਨਾ ਹੀ ਕਦੇ ਬਣਨ ਦੇਵਾਂਗੇ। ਖਾਲਿਸਤਾਨ ਦੇ ਨਾਮ ਤੇ ਆਪਣੀ ਦੁਕਾਨ ਚਲਾਉਣ ਵਾਲੇ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਅਖੌਤੀ ਵਿਕਾਊ ਖਾਲਿਸਤਾਨੀਆਂ ਤੋਂ ਬਚੋ। ਨਾ ਕਿਸੇ ਤੋਂ ਡਰੋ, ਨਾ ਕਿਸੇ ਤੋਂ ਡਰੇ, ਨਾ ਹੀ ਡਰਾਂਗੇ। ਸਿਰਫ ਵਾਹਿਗੁਰੂ ਅੱਗੇ ਸਿਰ ਝੁਕਦਾ ਹੈ ਤੇ ਉਸ ਦੀ ਰਜ਼ਾ ਵਿੱਚ ਚੱਲਣਾ ਸਿੱਖਿਆ ਹੈ। ਗਰੇਵਾਲ ਸਾਹਿਬ, ਪਹਿਲਾ ਪ੍ਰਤੀਕਰਮ ਇਸ ਟਵੀਟ ਨੂੰ ਲੈ ਕੇ। ਦੇਖੋ ਜੀ, ਜਿਹੜੀ ਗੱਲ ਰਾਜਾ ਵੜਿੰਗ ਜੀ ਨੇ ਕਹੀ ਹੈ ਬੜੀ ਅੱਛੀ ਗੱਲ ਹੈ। ਮੈਂ ਤਾਂ ਉਸੇ ਗੱਲ ਦਾ ਪੂਰਾ ਸਮਰਥਨ ਕਰਦਾ ਕਿ ਉਹਨਾਂ ਨੇ ਕਿਹਾ ਕਿ ਦੁਕਾਨਦਾਰੀ ਇਹ ਜੋ ਕਾਂਗਰਸ ਦੇ ਅੱਜ ਦੇ ਹਾਲਾਤ ਨੇ ਕੁੱਲ ਹਿੰਦੁਸਤਾਨ ਦੇ ਅੰਦਰ ਬਣ ਚੁੱਕੇ ਨੇ ਤੇ ਖਾਸ ਤੌਰ ਤੇ ਇਹਨਾਂ ਦਾ ਪਤਨ ਉਦੋਂ ਸ਼ੁਰੂ ਹੋ ਗਿਆ ਜੋ ਉਹਨਾਂ ਨੇ ਅੱਜ ਦੇ 6 ਜੂਨ ਵਾਲੇ ਦਿਨ ਮੁਕੱਦਸ ਸਥਾਨ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਟੈਂਕ ਤੋਪ ਚਾੜ ਕੇ ਜੋ ਹਮਲਾ ਕੀਤਾ, ਉਸ ਦਿਨ ਤੋਂ ਇਹਨਾਂ ਦਾ ਪਤਨ ਹੋ ਗਿਆ। ਅੱਜ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਆ। ਮੈਂ ਜ਼ਿਆਦਾ ਵੀ ਕਹਾਂਗਾ ਤੇ ਮੈਂ ਆਪਣੇ ਆਪ ਨੂੰ ਸ਼ਰਮਿੰਦਾ ਸਮਝਾਂਗਾ ਕਿ ਏਡੀ ਮਾੜੀ ਹਾਲਾਤ ਹੋਣ ਤੇ ਮੈਂ ਇਹਨਾਂ ਨੂੰ ਹੋਰ ਕੋਸਾਂ ਤੇ ਉਹ ਮੈਨੂੰ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਦੁਕਾਨਦਾਰੀ ਦੀ ਗੱਲ ਕੀਤੀ ਆ ਤੇ ਮੈਂ ਇਹ ਗੱਲ ਕਹਿਣਾ ਕਿ ਰਾਜਾ ਵੜਿੰਗ ਜੀ ਜਾਂ ਸਮੁੱਚੀ ਬਹੁਤ ਸਾਰੇ ਕਾਂਗਰਸੀ ਲੋਕ ਜਿਹੜੇ ਆ ਉਹ ਇਸ ਗੱਲ ਤੇ ਦੁਕਾਨਦਾਰੀ ਚਲਾਉਂਦੇ ਆ ਕਿ ਖਾਲਿਸਤਾਨ ਨੂੰ ਭੰਨਣ ਦੀ ਗੱਲ ਕਰਦੇ ਆ। ਦੇਖੋ, ਜਿਸ ਦੇਸ਼ ਦੇ ਵਿੱਚ ਉਹ ਗਏ ਨੇ ਉੱਥੇ ਜਿਹੜੀ ਆ ਬੋਲਣ ਦੀ ਆਜ਼ਾਦੀ ਆ। ਜਿਸ ਹਿੰਦੁਸਤਾਨ ਦੀ ਗੱਲ ਕਰਦੇ ਨੇ ਇੱਥੇ ਤੁਸੀਂ ਕਹਿ ਰਹੇ ਹੋ ਕਿ ਰਾਜਾ ਵੜਿੰਗ ਦੁਕਾਨਦਾਰੀ ਚਲਾ ਰਹੇ ਨੇ, ਪਰ ਜਿਹੜੇ ਲੋਕ ਇਸ ਨੂੰ ਮਸਲੇ ਨੂੰ ਚੁੱਕਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਕਿ ਉਹਨਾਂ ਦੇ ਕੋਲ ਕੋਈ ਰੋਡ ਮੈਪ, ਫੁੱਲ ਪ੍ਰੂਫ ਰੋਡ ਮੈਪ ਨਜ਼ਰ ਆਉਂਦਾ ਹੈ, ਕੋਈ ਸੋਚ ਨਜ਼ਰ ਆਉਂਦੀ ਹੈ, ਜਾਂ ਉਹ ਵੀ ਸਿਰਫ ਦੁਕਾਨਦਾਰੀ ਚਲਾਉਣ ਵਿੱਚ ਲੱਗੇ ਹੋਏ ਨੇ? ਦੇਖੋ, ਮੈਂ ਤਾਂ ਉਹ ਗੱਲ ਕਰਦਾ ਜੋ ਕੁਝ ਤੁਹਾਡੇ ਸਾਹਮਣੇ ਆ ਜੀ ਕਿ ਇਸ ਦੇਸ਼ ਦੇ ਕਾਨੂੰਨ ਅਧੀਨ ਸਿਮਰਜੀਤ ਸਿੰਘ ਮਾਨ ਨੇ ਚੋਣ ਵਿੱਚੋਂ ਇਹ ਫੈਸਲਾ ਕਰਵਾਇਆ ਕਿ ਮੈਂ ਖਾਲਸਾ ਦੀ ਗੱਲ ਕਰ ਸਕਦਾ ਹਾਂ ਤੇ ਲੋਕਤੰਤਰੀ ਢੰਗ ਨਾਲ ਕਰ ਸਕਦਾ। ਮੇਰਾ ਕੋਈ ਜੁਰਮ ਨਹੀਂ ਹੈ। ਉਹ ਹਰ ਥਾਂ ਜਾ ਕੇ ਆਪਣੀ ਖਾਲਸਾ ਦੀ ਗੱਲ ਕਰਦੇ ਤਾਂ ਮੈਂ ਭਾਵੇਂ ਇਹ ਗੱਲ ਦਾ ਰੋਡ ਮੈਪ ਦੀ ਗੱਲ ਤਾਂ ਸਿਮਰਜੀਤ ਸਿੰਘ ਮਾਨ ਹੀ ਦੱਸ ਸਕਣਗੇ ਜਾਂ ਜਿਹੜੇ ਲੋਕ ਖਾਲਸਾ ਦੀ ਗੱਲ ਕਰਦੇ ਆ ਉਹ ਦੱਸ ਸਕਣਗੇ। ਪਰ ਮੈਂ ਇਹ ਸਮਝਦਾ ਹਾਂ ਕਿ ਇਹ ਸਿਰਫ ਕਾਂਗਰਸ ਜਿਹੜੀ ਆ ਇਸ ਗੱਲ ਤੇ ਹੀ ਆਪਣੀ ਦੁਕਾਨਦਾਰੀ ਚਲਾ ਰਹੀ ਆ। ਇਹ ਇੱਥੇ ਕਾਨੂੰਨ ਨੇ ਜੇ ਇਜਾਜ਼ਤ ਦਿੱਤੀ ਆ ਗੱਲ ਕਰਨ ਦੀ ਤਾਂ ਗੱਲ ਕਰਨ ਦਾ ਅਧਿਕਾਰ ਸਭ ਨੂੰ ਆ, ਭਾਵੇਂ ਕਿ ਮੈਂ ਉਸ ਦੇ ਨਾਲ ਸਹਿਮਤ ਨਾ ਵੀ ਕਿਉਂ ਨਾ ਹੋਵਾਂ। ਠੀਕ ਹੈ ਗਰੇਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਗੁਰਚਰਨ ਸਿੰਘ ਗਰੇਵਾਲ ਸਾਹਿਬ ਜਨਰਲ ਸਕੱਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਸਾਡੇ ਨਾਲ ਗੱਲ ਕਰ ਰਹੇ ਸੀਗੇ। ਜਿਨ੍ਹਾਂ ਨੇ ਸਾਫ਼ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਦਾ ਖਾਲਿਸਤਾਨ ਨੂੰ ਭੰਡ ਕੇ ਉਸਦੇ ਵਿਰੋਧ ਵਿੱਚ ਪ੍ਰਚਾਰ ਕਰਕੇ ਆਪਣੀ ਦੁਕਾਨਦਾਰੀ ਚਲਾ ਰਹੇ ਨੇ। ਹਾਲਾਂਕਿ ਸਵਾਲ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜਿਹੜੇ ਲੋਕ ਖਾਲਿਸਤਾਨ ਦੇ ਨਾਂ ਤੇ ਪੋਲਿਟਿਕਸ ਕਰ ਰਹੇ ਨੇ ਕਿ ਉਹ ਦੁਕਾਨਦਾਰੀ ਨਹੀਂ ਚਲਾ ਰਹੇ, ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਜਵਾਬ ਉਹ ਬੈਟਰ ਦੇ ਸਕਦੇ ਨੇ। ਤੇ ਨਾਲ ਹੀ ਉਹਨਾਂ ਨੇ ਇੱਕ ਗੱਲ ਕਹੀ ਕਿ ਭਾਵੇਂ ਮੈਂ ਉਸ ਦੇ ਸਮਰਥਨ ਵਿੱਚ ਹੋਵਾਂ ਜਾਂ ਨਾ ਹੋਵਾਂ, ਜਾਂ ਪਰ ਜਿਹੜੇ ਲੋਕ ਉਸ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਕੋਲ ਕੀ ਕੋਈ ਰੋਡ ਮੈਪ ਹੈਗਾ ਜਾਂ ਨਹੀਂ, ਕੀ ਕੋਈ ਥੌਟ ਪ੍ਰੋਸੈਸ ਹੈਗਾ ਜਾਂ ਨਹੀਂ, ਇਹ ਉਹ ਦੱਸ ਸਕਦੇ ਨੇ। ਪਰ ਕਾਂਗਰਸ ਜ਼ਰੂਰ ਆਪਣੀ ਦੁਕਾਨਦਾਰੀ ਚਲਾ ਰਹੀ ਹੈ, ਇਹ ਉਹਨਾਂ ਨੇ ਕਿਹਾ। ਤੇਰੀ ਰਿਸਪੈਕਟ ਆ ਇਹ ਉਧਰ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਬ੍ਰਿਟਿਸ਼ ਸਰਕਾਰ ਤੋਂ ਜਾਣਕਾਰੀ ਲੈਣ ਦੀ ਮੰਗ ਇਸ ਚਿੱਠੀ ਦੇ ਰਾਹੀਂ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੀਐਮ ਨੂੰ ਇਹ ਚਿੱਠੀ ਲਿਖੀ। ਬ੍ਰਿਟਿਸ਼ ਸਰਕਾਰ ਦੀ ਸਲਾਹ ਤੇ ਹਮਲਾ ਹੋਇਆ ਸੀ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ। ਸਾਜ਼ਿਸ਼ ਦੇ ਵਿੱਚ ਸ਼ਾਮਿਲ ਲੋਕਾਂ ਦੇ ਨਾਂ ਬ੍ਰਿਟੇਨ ਤੋਂ ਲਏ ਜਾਣ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੂੰ ਵੀ ਚਿੱਠੀ ਲਿਖੀ ਗਈ ਹੈ ਤੇ ਨਾਲ ਹੀ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਗਈ ਹੈ ਕਿ ਆਪਰੇਸ਼ਨ ਬਲੂ ਸਟਾਰ ਦੇ ਵਿੱਚ
ਬ੍ਰਿਟੇਨ ਦੀ ਭੂਮਿਕਾ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਨੇ, ਉਸ ਤੋਂ ਜਾਣਕਾਰੀ ਜਿਹੜੀ ਹੈਗੀ ਹੈ ਬ੍ਰਿਟਿਸ਼ ਸਰਕਾਰ ਤੋਂ ਇਸ ਦੇ ਬਾਰੇ ਜਾਣਕਾਰੀ ਲਈ ਜਾਵੇ। ਆਪਰੇਸ਼ਨ ਬਲੂ ਸਟਾਰ ਕੀ ਬ੍ਰਿਟਿਸ਼ ਸਰਕਾਰ ਦੀ ਸਲਾਹ ਤੇ ਅੰਜਾਮ ਦਿੱਤਾ ਗਿਆ ਸੀ ਕਿ ਇਹ ਅਟੈਕ ਜਿਹੜਾ ਹੋਇਆ ਸੀਗਾ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ, ਕੀ ਉਹ ਬ੍ਰਿਟਿਸ਼ ਸਰਕਾਰ ਦੀ ਸਲਾਹ ਦੇ ਨਾਲ ਉਸ ਵੇਲੇ ਇਸ ਨੂੰ ਅੰਜਾਮ ਦਿੱਤਾ ਗਿਆ ਸੀ? ਔਰ ਜੇ ਅਜਿਹਾ ਸੀ ਤਾਂ ਇਸ ਕਨਸਪੀਰੇਸੀ ਵਿੱਚ ਇਸ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਸੀਗੇ ਉਹਨਾਂ ਦੇ ਨਾਂ ਹਾਸਲ ਕੀਤੇ ਜਾਣ, ਬ੍ਰਿਟੇਨ ਸਰਕਾਰ ਤੋਂ ਉਹਨਾਂ ਦੇ ਨਾਂ ਜਨਤਕ ਕਰਾਏ ਜਾਣ। ਇਹ ਮੰਗ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚਿੱਠੀ ਲਿਖ ਕੇ, ਬਕਾਇਦਾ ਪੀਐਮ ਨੂੰ ਚਿੱਠੀ ਲਿਖੀ ਹੈ ਔਰ ਇਸ ਦੇ ਨਾਲ ਹੀ ਚਿੱਠੀ ਜਿਹੜੀ ਹੈ ਉਹ ਵਿਦੇਸ਼ ਮੰਤਰੀ ਨੂੰ ਵੀ ਲਿਖੀ ਗਈ ਹੈ। ਜਦੋਂ 30 ਸਾਲਾਂ ਬਾਅਦ ਇਹ ਜਿਹੜੇ ਦਸਤਾਵੇਜ਼ ਆ ਉਹ ਰੱਖੇ ਗਏ ਹਾਊਸ ਆਫ ਕਾਮਨ ਦੇ ਵਿੱਚ ਬਰਤਾਨੀਆ 'ਚ, ਤੇ ਉਸ ਸਮੇਂ ਮੈਂ ਲੋਕ ਸਭਾ ਵਿੱਚ ਮਸਲਾ ਖੜਾ ਕੀਤਾ ਸੀ ਕਿ ਇਹ ਡਾਕੂਮੈਂਟਸ ਦੇ ਵਿੱਚ ਜੋ ਸੱਚ ਸਾਹਮਣੇ ਆਇਆ ਇਹਨੇ ਤਾਂ ਸਾਬਤ ਕਰਤਾ ਕਿ ਬਰਤਾਨੀਆ ਸਰਕਾਰ ਸਾਡੇ ਮਾਮਲਿਆਂ 'ਚ, ਅੰਦਰੂਨੀ ਮਾਮਲਿਆਂ 'ਚ ਸਿੱਧਾ ਦਖਲ ਦੇ ਰਹੀ ਹੈ। ਇਹ ਤਾਂ ਸਾਡੀ ਪ੍ਰਭੂ ਸੱਤਾ 'ਤੇ ਸਵਾਲ ਖੜਾ ਹੋ ਰਿਹਾ, ਇਹ ਤਾਂ ਸਾਡੀ ਪ੍ਰਭੂ ਸੱਤਾ ਜਿਹੜੀ ਆ ਉਹ ਖਤਰੇ ਵਿੱਚ ਆ। ਇਹ ਤਾਂ ਸਾਬਤ ਹੋ ਰਿਹਾ ਕਿ ਮੁਲਕ ਅਜੇ ਵੀ ਬਰਤਾਨੀਆ ਦੇ ਗੁਲਾਮ ਆ। ਇਹ ਤਾਂ ਸਾਬਤ ਕਰ ਰਿਹਾ ਕਿ ਬਰਤਾਨੀਆ ਸਰਕਾਰ ਅਜੇ ਵੀ ਮਤਲਬ ਬਦਲਾ ਲਊ ਕਾਰਵਾਈ ਵਿੱਚ ਚੱਲ ਰਹੀ ਹੈ। ਮੈਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਅੱਜ ਪੱਤਰ ਰਾਹੀਂ ਕਿ ਉਸ ਸਮੇਂ ਵੀ ਹਾਊਸ ਦੇ ਵਿੱਚ ਤੁਸੀਂ ਯਕੀਨ ਦਿਵਾਇਆ ਸੀ ਸਰਕਾਰ ਨੇ, ਤੁਹਾਡੀ ਨੇ, ਕਿ ਅਸੀਂ ਉਹਨਾਂ 'ਤੇ ਐਕਸ਼ਨ ਲਵਾਂਗੇ, ਸੱਚ ਸਾਹਮਣੇ ਜੋ ਆਇਆ ਡਾਕੂਮੈਂਟ ਮੰਗਾਏ ਜਾਣਗੇ ਅਤੇ ਇਹਦੇ ਲਈ ਕੌਣ ਜ਼ਿੰਮੇਵਾਰ ਆ, ਕਿਉਂ ਇਹ ਗੱਲ ਹੋਈ ਆ, ਕਿਵੇਂ ਹੋਈ ਆ, ਇਹ ਗੱਲਾਂ ਦੀ ਜਾਣਕਾਰੀ ਲਈ ਜਾਏਗੀ। ਮਗਰ ਕੋਈ ਅਜੇ ਤੱਕ ਐਕਸ਼ਨ ਨਹੀਂ ਹੋਇਆ। ਸੋ ਵਿਦੇਸ਼ ਮੰਤਰਾਲੇ ਨੂੰ ਵੀ ਚਿੱਠੀ ਲਿਖੀ ਆ, ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਵੀ ਚਿੱਠੀ ਲਿਖੀ ਆ ਔਰ ਅਸੀਂ ਸਮਝਦੇ ਹਾਂ ਕਿ ਇਸ ਗੱਲ ਦਾ ਸਿੱਖ ਸਮਾਜ 'ਤੇ ਉਦੋਂ ਧਰਵਾਸ ਹੋਏਗਾ ਜਦੋਂ ਇਹਨਾਂ ਜ਼ਿੰਮੇਵਾਰ ਲੋਕਾਂ ਨੂੰ ਕਟਹਿਰੇ 'ਚ ਖੜੇ ਕਰਕੇ ਇਹਨਾਂ ਦਾ ਐਕਸ਼ਨ ਲਿਆ ਜਾਏਗਾ। ਉਧਰ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦੇ ਲਈ ਪੰਜਾਬ ਸਰਕਾਰ ਨੇ ਗਵਰਨਰ ਨੂੰ ਨਾਵਾਂ ਦਾ ਪੈਨਲ ਭੇਜ ਦਿੱਤਾ ਹੈ। ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਨੇ 5 ਨਾਂ ਫਾਈਨਲ ਕੀਤੇ ਨੇ। ਪੰਜਾਬ ਸਰਕਾਰ ਨੇ ਨਾਮ ਗਵਰਨਰ ਨੂੰ ਭੇਜ ਦਿੱਤੇ ਨੇ। ਇਹਨਾਂ ਨਾਵਾਂ ਦੇ ਵਿੱਚ ਕੌਣ-ਕੌਣ ਸ਼ਾਮਿਲ ਹੈ ਤੁਹਾਨੂੰ ਦੱਸਦੇ ਨੇ। ਡਾਕਟਰ ਰਾਕੇਸ਼ ਸਹਿਗਲ, ਪ੍ਰੋਫੈਸਰ ਬਲਜਿੰਦਰ ਸਿੰਘ, ਪ੍ਰੋਫੈਸਰ ਕੇ ਅਗਰਵਾਲ, ਪ੍ਰੋਫੈਸਰ ਜਗਦੀਸ਼ ਚੰਦਰਾ ਅਤੇ ਪ੍ਰੋਫੈਸਰ ਰਾਜੀਵ ਸੂਦ ਦੇ ਨਾਂ ਇਸ ਪੈਨਲ ਦੇ ਵਿੱਚ ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਨੇ ਭੇਜੇ ਨੇ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਨਿਯੁਕਤੀ ਦੇ ਲਈ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ, ਇਹ 5 ਨਾਵਾਂ ਦਾ ਪੈਨਲ ਪੰਜਾਬ ਸਰਕਾਰ ਦੇ ਵੱਲੋਂ ਭੇਜਿਆ ਗਿਆ ਹੈ ਗਵਰਨਰ ਨੂੰ। ਫਰੀਦਕੋਟ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ BFUHS ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦੇ ਲਈ ਇਹ ਨਾਵਾਂ ਦਾ ਪੈਨਲ ਭੇਜਿਆ ਗਿਆ ਹੈ। 5 ਨਾਵਾਂ ਦਾ ਪੈਨਲ ਭੇਜਿਆ ਗਿਆ ਹੈ ਔਰ ਇਹਨਾਂ ਚੋਂ ਕਿਸੇ ਇੱਕ ਦੀ ਨਿਯੁਕਤੀ ਵਾਈਸ ਚਾਂਸਲਰ ਵਜੋਂ ਹੋਵੇਗੀ। ਮੇਰੇ ਸਹਿਯੋਗੀ ਅਮਨ ਭਾਰਦਵਾਜ ਜ਼ਿਆਦਾ ਜਾਣਕਾਰੀ ਦੇਣਗੇ ਇਸ ਪੂਰੇ ਮਾਮਲੇ ਨੂੰ ਲੈ ਕੇ। ਅਮਨ, 5 ਨਾਵਾਂ ਦਾ ਪੈਨਲ ਭੇਜਿਆ ਗਿਆ ਹੈ ਔਰ 5 ਨਾਵਾਂ ਦੇ ਵਿੱਚ ਜਿਹੜੇ ਨਾਂ ਸ਼ਾਮਿਲ ਨੇ ਅਸੀਂ ਆਪਣੇ ਦਰਸ਼ਕਾਂ ਨੂੰ ਉਹ ਨਾਂ ਦੱਸੇ ਨੇ। ਕਿਹੜੇ-ਕਿਹੜੇ ਫੀਲਡ ਦੇ ਨਾਲ ਐਕਸਪਰਟ ਨੇ ਇਹ ਜਿਹੜੇ ਨਾਂ ਭੇਜੇ ਗਏ ਨੇ? ਡਾਕਟਰ ਰਾਕੇਸ਼ ਸਹਿਗਲ ਦੀ ਗੱਲ ਕਰੀਏ, ਪ੍ਰੋਫੈਸਰ ਬਲਜਿੰਦਰ ਸਿੰਘ ਦੀ ਗੱਲ ਕਰੀਏ, ਪ੍ਰੋਫੈਸਰ ਕੇ ਅਗਰਵਾਲ, ਪ੍ਰੋਫੈਸਰ ਜਗਦੀਸ਼ ਚੰਦਰਾ ਤੇ ਪ੍ਰੋਫੈਸਰ ਰਾਜੀਵ ਸੂਦ। ਔਰ ਇਹਨਾਂ ਦੀ ਸੀਨੀਅਰਟੀ ਵਾਈਜ਼ ਜੇਕਰ ਦੇਖਿਆ ਜਾਵੇ ਤਾਂ ਕਿਸ ਤਰੀਕੇ ਇਸ ਪੈਨਲ ਨੂੰ ਸਮਝਿਆ ਜਾਵੇ, ਇਸ ਨਾਵਾਂ ਦੇ ਪੈਨਲ? गगन देखो, क्योंकि चीफ सेक्रेटरी की कमेटी बनी थी जिसने ये फैसला लिया है और पैनल जिहड़ा है वो तैयार किया है और उस कला पंजाब ही नहीं, पंजाब के जिवें चीफ सेक्रेटरी ने, केरला के कोई डेलीगेट ने, उस तो इलावा होर अपनी अपनी टीम के जिहड़े माहिर ने उन्हां दी पूरी कमेटी हुंदी है जिन्हां वल्लों ये पैनल तैयार किया गया। और खास करके जिहड़े 5 ਨਾਂ ने इन्हां च जिसका असीं जिक्र कर रहे हैं ਤਾਂ ਇਹ ਨਾਮ ਜਿਹੜੇ ਨੇ ਉਹ ਭੇਜੇ ਗਏ ਨੇ ਔਰ ਇਹਨਾਂ ਦੇ ਅੰਦਰ ਇਹਨਾਂ ਦੀ ਆਪਣੀ ਫੀਲਡ ਦੀ ਜਿਹੜੀ ਕੈਪੇਬਿਲਿਟੀ ਹੈ ਉਹ ਹੈਗੀ ਹੈ। ਜਿਵੇਂ PGI ਦੇ ਜਿਹੜੇ ਡੀਨ ਨੇ ਪ੍ਰੋਫੈਸਰ ਡਾਕਟਰ ਰਾਕੇਸ਼ ਸਹਿਗਲ, ਇਹ ਡੀਨ ਰਹੇ ਨੇ PGI ਦੇ ਔਰ ਇਹਨਾਂ ਦਾ ਨਾਮ ਹੈ ਫਿਰ PGI ਦੇ ਇੱਕ ਪਰਮਾਣੂ ਮੈਡੀਕਲ ਵਿਭਾਗ ਦੇ ਪ੍ਰੋਫੈਸਰ ਨੇ ਬਲਜਿੰਦਰ ਸਿੰਘ ਔਰ ਉਸ ਤੋਂ ਬਾਅਦ ਤੀਜੇ ਨੰਬਰ ਤੇ ਰਜਿੰਦਰ ਮੈਡੀਕਲ ਕਾਲਜ ਦੇ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਨੇ ਕੇ ਅਗਰਵਾਲ। ਫਿਰ GMC 32 ਸੈਕਟਰ ਦੇ ਜਿਹੜੇ
ਮਾਈਕਰੋਲੋਜੀ ਦੇ ਵਿਭਾਗ ਦੇ ਸਾਬਕਾ OSD ਨੇ ਪ੍ਰੋਫੈਸਰ ਜਗਦੀਸ਼ ਚੰਦਰ ਅਤੇ ਦਿੱਲੀ ਦੇ ਪ੍ਰੋਫੈਸਰ ਨੇ ਰਾਜੀਵ ਸੂਦ। ਤਾਂ ਇਹ ਵੱਖ-ਵੱਖ ਥਾਵਾਂ ਤੋਂ ਤੁਸੀਂ ਦੇਖੋ ਵੱਖ-ਵੱਖ ਇੰਸਟੀਟਿਊਸ਼ਨਾਂ ਤੋਂ ਆਪਣੇ ਮਾਹਿਰ ਨੇ ਇਹਨਾਂ ਦਾ ਨਾਮ ਫਾਈਨਲ ਕਰਕੇ ਚਰਚਾ ਕਰਕੇ ਚੀਫ ਸੈਕਟਰੀ ਵੱਲੋਂ ਮੁੱਖ ਮੰਤਰੀ ਕੋਲ ਭੇਜਿਆ ਗਿਆ ਔਰ ਫਿਰ CMO ਦਫ਼ਤਰ ਵੱਲੋਂ ਜੋ ਪ੍ਰੋਸੈਸ ਹੁੰਦਾ ਹੈ ਕੱਲ ਦੇ ਨਾਮ ਜਿਹੜੇ ਨੇ ਉਹ ਰਾਜ ਭਵਨ ਬਨਵਾਰੀ ਲਾਲ ਪੁਰੋਹਿਤ ਕੋਲ ਭੇਜੇ ਗਏ ਨੇ। ਹੋਰ ਗਗਨ ਇਸ ਚ ਇੰਟਰਸਟਿੰਗ ਚੀਜ਼ ਇਹ ਹੈ ਕਿ ਪ੍ਰੋਸੈਸ ਇਸ ਤੋਂ ਪਹਿਲਾਂ ਫੋਲੋ ਹੀ ਨਹੀਂ ਹੋਇਆ। ਜਦੋਂ ਰਾਜ ਬਹਾਦਰ ਹੋਣੀ ਅਸਤੀਫਾ ਦਿੰਦੇ ਨੇ, ਜਦੋਂ ਅਸੀਂ ਵੀ ਉਹਨਾਂ ਦਾ ਇੰਟਰਵਿਊ ਕੀਤਾ, ਉਹਨਾਂ ਦੇ ਦਰਦ ਛਲਕਿਆ ਸੀ ਜੋ ਉਹਨਾਂ ਦਾ, ਉਸ ਤੋਂ ਬਾਅਦ ਅਸਤੀਫਾ ਮਨਜ਼ੂਰ ਹੋਇਆ, ਮੰਤਰੀ ਨਾਲ ਵਿਵਾਦ ਚ ਯੂਨੀਵਰਸਿਟੀ ਜੁੜੀ ਰਹੀ। ਫਿਰ ਉਸ ਤੋਂ ਬਾਅਦ ਜੋ BK ਪਾਂਡਰ ਉਹਨਾਂ ਨੂੰ ਲਗਾਇਆ ਗਿਆ ਉਹ ਸਿੱਧੀ ਨਿਯੁਕਤੀ ਸੀਗੀ, ਤਾਂ ਰਾਜਪਾਲ ਨੇ ਉਸ ਤੇ ਸਵਾਲ ਚੁੱਕੇ ਸੀ ਕਿ ਸਿੱਧੀ ਨਿਯੁਕਤੀ ਨਹੀਂ ਕੀਤੀ ਜਾ ਸਕਦੀ, ਪ੍ਰੋਸੈਸ ਫੋਲੋ ਕਰੋ। ਤਾਂ ਪ੍ਰੋਸੈਸ ਜਦੋਂ ਹੁਣ ਫੋਲੋ ਕੀਤਾ ਗਿਆ ਤਾਂ 1 ਸਾਲ ਬਾਅਦ ਇਹ ਯਾਨੀ ਕਿ ਰਾਜ ਬਹਾਦਰ ਤੋਂ ਬਾਅਦ ਪਹਿਲੀ ਦਫਾ ਇਹ ਪ੍ਰੋਸੈਸ ਫੋਲੋ ਕਰਕੇ ਨਿਯੁਕਤੀ ਜਿਹੜੀ ਹੈ ਪੈਨਲ ਰਾਹੀਂ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਹਫ਼ਤੇ 10 ਦਿਨ ਵਿੱਚ ਜਾਂ ਉਸ ਤੋਂ ਪਹਿਲਾਂ ਨਾਮ ਫਾਈਨਲ ਕਰਕੇ ਜਿਹੜੇ ਰਾਜ ਭਵਨ ਤੋਂ ਹੋਵੇ ਔਰ BC ਜਿਹੜਾ ਹੈ ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲੇ। ਗਗਨ जी, बहुत शुक्रिया अमन इस तमाम जानकारी के लिए। अमन भारद्वाज मेरे सहयोगी जानकारी दे रहे सन कि एक पूरा विवाद सी, विवाद ਚੱਲਿਆ ਪਹਿਲਾਂ ਡਾਕਟਰ ਰਾਜ ਬਹਾਦਰ ਜਿਹੜੇ ਉਸ ਵੇਲੇ ਵਾਈਸ ਚਾਂਸਲਰ ਸੀਗੇ, ਉਹਨਾਂ ਦੇ ਜਿਸ ਤਰੀਕੇ ਉਹਨਾਂ ਦੇ ਨਾਲ ਵਤੀਰਾ ਹੋਇਆ, ਉਹਨਾਂ ਨੇ ਅਸਤੀਫਾ ਦਿੱਤਾ, ਫਿਰ ਉਸ ਤੋਂ ਬਾਅਦ ਨਵੇਂ ਜਿਹੜੇ ਵਾਈਸ ਚਾਂਸਲਰ ਲਾਏ ਗਏ ਔਰ ਉਸ ਤੇ ਫਿਰ ਗਵਰਨਰ ਨੇ ਇਤਰਾਜ਼ ਜ਼ਾਹਿਰ ਕੀਤਾ ਕਿ ਤੁਸੀਂ ਪ੍ਰੋਸੈਸ ਨਹੀਂ ਫੋਲੋ ਕੀਤਾ, ਪ੍ਰੋਸੈਸ ਫੋਲੋ ਕਰੋ। ਪ੍ਰੋਸੈਸ ਫੋਲੋ ਕੀਤਾ ਗਿਆ। ਹੁਣ 5 ਨਾਵਾਂ ਦਾ ਪੈਨਲ ਭੇਜਿਆ ਗਿਆ ਹੈ ਔਰ 5 ਨਾਵਾਂ ਦੇ ਪੈਨਲ ਚੋਂ ਤਕਰੀਬਨ 1 ਸਾਲ ਦੇ ਕਰੀਬ ਹੋ ਗਿਆ ਸਾਰੇ ਪ੍ਰੋਸੈਸ ਨੂੰ ਔਰ ਹੁਣ ਜਿਹੜਾ ਹੈਗਾ ਨਵੇਂ ਵਾਈਸ ਚਾਂਸਲਰ ਦਾ ਐਲਾਨ ਕੀਤਾ ਜਾਵੇਗਾ। ਇਸ ਨਾਵਾਂ ਦੇ ਪੈਨਲ ਚੋਂ ਹੀ ਕੋਈ ਇੱਕ ਚਿਹਰਾ ਹੋਏਗਾ ਜਿਸ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਵਿੱਚ ਬਤੌਰ ਵਾਈਸ ਚਾਂਸਲਰ ਤੈਨਾਤ ਕੀਤਾ ਜਾਵੇਗਾ। ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸਦੀ ਹੈ। ਪੰਜਾਬ ਦੇ ਵਿੱਚ NIA ਦਾ ਵੱਡਾ ਸਰਚ ਆਪਰੇਸ਼ਨ ਚੱਲ ਰਿਹਾ ਹੈ। ਪੰਜਾਬ ਦੇ ਵਿੱਚ 9 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜੀ ਹਾਂ, ਖਾਲਿਸਤਾਨ ਸਮਰਥਕਾਂ ਦੇ ਟਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ। ਹਰਿਆਣਾ ਦੇ ਵਿੱਚ ਵੀ ਇੱਕ ਲੋਕੇਸ਼ਨ ਤੇ NIA ਦੀ ਕਾਰਵਾਈ ਜਾਰੀ ਹੈ। ਖਾਲਿਸਤਾਨ ਟਾਈਗਰ ਫੋਰਸ KTF ਨੂੰ ਫੰਡਿੰਗ ਦਾ ਮਾਮਲਾ ਹੈਗਾ ਔਰ ਇਸੇ ਦੇ ਸਬੰਧ ਦੇ ਵਿੱਚ NIA ਰੇਡ ਕਰ ਰਹੀ ਹੈ। NIA ਵੱਖ-ਵੱਖ ਥਾਵਾਂ ਤੇ ਰੇਡ ਕਰ ਰਹੀ ਹੈ। ਪੰਜਾਬ ਦੇ ਵਿੱਚ ਵੀ 9 ਥਾਵਾਂ ਤੇ ਰੇਡ ਕਰ ਰਹੀ ਹੈ NIA ਔਰ ਹਰਿਆਣਾ ਦੇ ਵਿੱਚ ਵੀ ਇੱਕ ਲੋਕੇਸ਼ਨ ਤੇ NIA ਨੇ ਛਾਪੇਮਾਰੀ ਕੀਤੀ ਹੈ। ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੇ ਇਹ ਕਾਰਵਾਈ ਕੀਤੀ ਹੈ। ਖਾਲਿਸਤਾਨ ਟਾਈਗਰ ਫੋਰਸ ਨੂੰ ਫੰਡਿੰਗ ਦਾ ਇਹ ਪੂਰਾ ਮਾਮਲਾ ਹੈਗਾ, KTF ਨੂੰ ਫੰਡਿੰਗ ਦਾ ਪੂਰਾ ਮਸਲਾ ਹੈਗਾ ਔਰ ਉਸ ਦੇ ਸਬੰਧ ਦੇ ਵਿੱਚ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ। ਲਗਾਤਾਰ NIA ਇਹ ਐਕਸ਼ਨ ਲੈ ਰਹੀ ਹੈ ਔਰ ਲਗਾਤਾਰ ਜਿਹੜਾ ਇੱਕ ਗੈਂਗਸਟਰ ਟੈਰਰਿਜ਼ਮ ਨੈਕਸਸ ਬਣਿਆ ਸੀਗਾ ਜਾਂ ਜਿਹੜਾ ਇਸ ਤਰੀਕੇ ਦੀ ਵੱਖਵਾਦੀ ਜਥੇਬੰਦੀਆਂ ਦੇ ਨਾਲ ਜਿਹੜੇ ਨੈਕਸਸ ਬਣੇ ਹੋਏ ਨੇ ਉਸ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਦੇ ਤਹਿਤ ਇਹ ਐਕਸ਼ਨ ਜਿਹੜਾ ਹੈਗਾ ਉਹ ਲਿਆ ਜਾ ਰਿਹਾ ਹੈ। NIA ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਖਾਲਿਸਤਾਨ ਟਾਈਗਰ ਫੋਰਸ ਨੂੰ ਫੰਡਿੰਗ ਦੇ ਮਾਮਲੇ ਦੇ ਵਿੱਚ ਪੰਜਾਬ ਦੀਆਂ 9 ਅਤੇ ਹਰਿਆਣਾ ਦੀ ਇੱਕ ਸਾਈਟ ਤੇ NIA ਦੇ ਵੱਲੋਂ ਇਹ ਐਕਸ਼ਨ ਲਿਆ ਜਾ ਰਿਹਾ ਹੈ। NIA ਦੀ ਟੀਮ ਪਹੁੰਚੀ ਹੈ। NIA ਦੀ ਟੀਮ ਛਾਪੇਮਾਰੀ ਕਰ ਰਹੀ ਹੈ, ਪੁੱਛਗਿੱਛ ਕਰ ਰਹੀ ਹੈ। ਸਥਾਨਕ ਪੁਲਿਸ ਦਾ ਸਹਿਯੋਗ ਲਿਆ ਗਿਆ ਹੈ ਤੇ ਇਸ ਦੇ ਨਾਲ ਹੀ NIA ਦੀ ਟੀਮ ਜਿਹੜੀ ਹੈਗੀ ਉਹ ਪੁੱਛ ਪੜਤਾਲ ਨੂੰ ਅੰਜਾਮ ਦੇ ਰਹੀ ਹੈ। ਹਰਿਆਣਾ ਵਿੱਚ ਇੱਕ ਲੋਕੇਸ਼ਨ ਹੈ ਔਰ ਪੰਜਾਬ ਦੇ ਵਿੱਚ 9 ਵੱਖ-ਵੱਖ ਲੋਕੇਸ਼ਨਸ ਤੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਹੜੀ ਸ਼ੁਰੂਆਤੀ ਜਾਣਕਾਰੀ ਸਾਹਮਣੇ ਆਈ ਹੈ, ਵੱਡਾ ਐਕਸ਼ਨ NIA ਦਾ ਪੰਜਾਬ ਅਤੇ ਹਰਿਆਣਾ ਦੇ ਵਿੱਚ। शंकर आनंद मेरे सहयोगी फोन लाइन पे मौजूद ने, जानकारी लेने शंकर के कोल चलते हैं। शंकर, 9 जगह पंजाब की हैं और एक हरियाणा की लोकेशन है जहां NIA आज छापेमारी करी, क्या कुछ जानकारी मिल पाई? देखिए, केंद्रीय जांच एजेंसी NIA के द्वारा आज पंजाब और हरियाणा के कई लोकेशन पर सर्च ऑपरेशन को अंजाम दिया जा रहा है और दरअसल ये जो मामला है प्रतिबंधित संगठन टाइगर फोर्स जो है बकायदा उससे जुड़ा हुआ ये मामला है और जिस तरह से बकायदा इस मामले में जानकारी मिली थी कि इस प्रतिबंधित संगठन के लिए एक फंड जुटाने का प्रयास किया जा रहा था। कई लोगों की भूमिका इस मामले में निकल के सामने आई है और ये इस मामले में भी जानकारी निकल के सामने आई थी कि जिस तरह से बकायदा इस प्रतिबंधित संगठन को
बाकायदा एक्टिव करने का प्रयास किया जा रहा था और इसके साथ साथ एक बड़े पैमाने पर फंड जुटाने की तैयारी की जा रही थी, जिससे कि अवैध तौर पर हथियारों को इकट्ठा किया जा सके और गोला बारूद की इकट्ठा किया जा सके और इसके साथ ही इस प्रतिबंधित संगठन को और ज्यादा आगे मजबूत करने के लिए और तमाम युवाओं को भर्ती किया जा सके। तो इस तरह की इनपुट मिलने की जानकारी मिलने के बाद जांच एजेंसी एनआईए के द्वारा पंजाब के 9 लोकेशन पर सर्च ऑपरेशन को अंजाम दिया जा रहा है। इसके साथ ही हरियाणा के 1 लोकेशन पर आज सर्च ऑपरेशन को अंजाम दिया जा रहा है और देर शाम तक इस मामले में औपचारिक तौर पर एनआईए के द्वारा बताया जा सकता है कि किस तरह से इस मामले में इनपुट्स मिले हैं और किस तरह से आज सर्च ऑपरेशन के दौरान तमाम सबूतों को इकट्ठा किया गया है। जी बहुत शुक्रिया शंकर इस तमाम जानकारी के लिए। शंकर आनंद मेरे सहयोगी जानकारी दे रहे सन। KTF खालिस्तान टाइगर फोर्स ਜਿਹੜੀ ਜਥੇਬੰਦੀ ਰਹੀ ਹੈ, ਵਖਵਾਦੀ ਜਥੇਬੰਦੀ, ਖਾਲਿਸਤਾਨ ਹਿਮਾਇਤੀ ਜਥੇਬੰਦੀ, ਉਸ ਨੂੰ ਫੰਡਿੰਗ ਦੇ ਮਾਮਲੇ ਦੇ ਵਿੱਚ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ 9 ਥਾਵਾਂ ਤੇ ਜਿਹੜੇ ਇਨਪੁਟਸ ਮਿਲੇ ਸੀਗੇ ਐਨਆਈਏ ਨੂੰ, ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਹਰਿਆਣਾ ਦੇ ਵਿੱਚ ਇੱਕ ਥਾਂ ਤੇ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੱਜ ਸ਼ਾਮ ਤੱਕ ਐਨਆਈਏ ਆਫੀਸ਼ੀਅਲੀ ਡਿਕਲੇਅਰ ਕਰ ਸਕਦਾ ਹੈ ਕਿ ਕਿਸ ਤਰੀਕੇ ਦੀ ਛਾਪੇਮਾਰੀ ਸੀਗੀ, ਕੀ ਕੁਝ ਇਸ ਦੇ ਵਿੱਚ ਬਰਾਮਦ ਹੋਇਆ ਹੈ, ਕੀ ਕੁਝ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ। ਉਸ ਨੂੰ ਲੈ ਕੇ ਅਧਿਕਾਰਕ ਤੌਰ ਤੇ ਕੋਈ ਖੁਲਾਸਾ ਐਨਆਈਏ ਦੇ ਵੱਲੋਂ ਸ਼ਾਮ ਤੱਕ ਕੀਤਾ ਜਾ ਸਕਦਾ ਹੈ।